ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਗਾਈਡੈਂਸ ਗੁਰੂ ਐਨਕੇ ਦੇ ਅਫੀਸ਼ੀਅਲ ਚੈਨਲ ਦੇ ਉੱਤੇ ਇੱਕ ਵਾਰ ਫਿਰ ਤੋਂ ਆਪ ਸਭ ਦਾ ਬਹੁਤ-ਬਹੁਤ ਸਵਾਗਤ ਜੀ। ਦੋਸਤੋ, ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਪੋਸਟਾਂ ਦੀ ਜਿਨ੍ਹਾਂ ਨੂੰ ਜਾਰੀ ਕੀਤਾ ਗਿਆ ਹੈ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਲੋਕਲ ਆਡਿਟ ਡਿਪਾਰਟਮੈਂਟ ਵੱਲੋਂ। ਜੀ ਹਾਂ, ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਲੋਕਲ ਆਡਿਟ ਡਿਪਾਰਟਮੈਂਟ ਵੱਲੋਂ ਜੂਨੀਅਰ ਆਡੀਟਰ ਦੀਆਂ ਵੱਖ-ਵੱਖ ਅਸਾਮੀਆਂ ਦੇ ਲਈ ਜੋ ਨੋਟਿਸ ਹੈ, ਪਬਲਿਕ ਨੋਟਿਸ ਹੈ, ਉਸ ਨੂੰ ਜਾਰੀ ਕਰ ਦਿੱਤਾ ਗਿਆ ਹੈ। ਤਾਂ ਇਸ ਪਬਲਿਕ ਨੋਟਿਸ ਨੂੰ ਅਸੀਂ ਡਿਟੇਲ ਦੇ ਵਿੱਚ ਡਿਸਕਸ ਕਰਨ ਜਾ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਅਸਾਮੀਆਂ ਦੇ ਲਈ ਜੋ ਅਪਲਾਈ ਕਰਨ ਦੀ ਜੋ ਸ਼ੁਰੂਆਤੀ ਮਿਤੀ ਹੈ ਉਹ ਹੈ ਜੀ 13 ਮਾਰਚ 2023 ਔਰ ਜੋ ਆਖਰੀ ਮਿਤੀ ਹੈ ਉਹ ਹੈ ਜੀ 5 ਅਪ੍ਰੈਲ 2023। ਭਾਵ ਕਿ ਤੁਸੀਂ 13 ਮਾਰਚ 2023 ਤੋਂ ਲੈ ਕੇ 5 ਅਪ੍ਰੈਲ 2023 ਤੱਕ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ। ਲਾਸਟ ਡੇਟ ਫॉर सबमिशन ऑफ फीस है जी 10 अप्रैल 2023 और जो डेट ऑफ रिटन टेस्ट है कि जो लिखती परीक्षा होएगी उस दे ਲਈ ਲਿਖਿਆ ਹੈ ਜੀ TBD टू बी डिटरमिंड, ਮਤਲਬ ਕਿ ਉਹ ਹਜੇ ਨਿਰਧਾਰਿਤ ਨਹੀਂ ਕੀਤੀ ਗਈ, ਬਾਅਦ ਦੇ ਵਿੱਚ ਉਸ ਨੂੰ ਨਿਰਧਾਰਿਤ ਕਰਕੇ ਅਨਾਉਂਸ ਕੀਤਾ ਜਾਏਗਾ। ਤਾਂ ਜੋ ਤੁਸੀਂ ਇਹ ਸਿਰਫ ਤੇ ਸਿਰਫ ਜੋ ਐਪਲੀਕੇਸ਼ਨ ਦੇਣੀ ਹੈ ਜੀ ਆਨਲਾਈਨ ਮਾਧਿਅਮ ਦੇ ਰਾਹੀਂ ਹੀ ਤੁਸੀਂ ਦੇਣੀ ਹੈ, ਆਨਲਾਈਨ ਮਾਧਿਅਮ ਦੇ ਰਾਹੀਂ ਤੁਸੀਂ ਅਪਲਾਈ ਕਰਨਾ ਹੈ। ਔਰ ਅੱਗੇ ਸਾਨੂੰ ਦੱਸਿਆ ਗਿਆ ਹੈ ਕਿ ਇਸ ਦੇ ਲਈ ਤੁਹਾਨੂੰ ਉੱਕਾ ਪੁੱਕਾ ਜੋ 35,400 ਰੁਪਏ ਜੋ 2 ਸਾਲ ਦੇ ਜੋ ਪ੍ਰੋਬੇਸ਼ਨ ਦੇ ਦੌਰਾਨ ਦਿੱਤੇ ਜਾਣਗੇ, ਪਰਖ ਕਾਲ ਦੇ ਸਮੇਂ ਦੇ ਦੌਰਾਨ ਦਿੱਤੇ ਜਾਣਗੇ, ਜੋ ਕਿ ਇਹਨਾਂ ਪੋਸਟਾਂ ਦੇ ਲਈ ਜੋ ਪੇ ਬੈਂਡ ਮਿਥਿਆ ਗਿਆ ਹੈ ਉਸ ਦਾ ਜੋ ਮਿਨੀਮਮ ਪੇ ਬੈਂਡ ਹੈ। ਹੁਣ ਅਸੀਂ ਗੱਲ ਕਰਦੇ ਹਾਂ ਜੀ ਵੈਕੈਂਸੀਜ਼ ਦੀ ਕਿ ਕਿੰਨੀਆਂ ਵੈਕੈਂਸੀਜ਼ ਹਨ। ਤਾਂ ਤੁਸੀਂ ਦੇਖ ਸਕਦੇ ਹੋ ਕਿ ਜੂਨੀਅਰ ਆਡੀਟਰ ਦੇ ਲਈ ਜੋ ਟੋਟਲ ਪੋਸਟ ਹਨ ਉਹ ਹਨ ਜੀ 29, ਜਿਸ ਦੇ ਵਿੱਚੋਂ ਜਨਰਲ ਕੈਟਾਗਰੀ ਦੇ ਲਈ 15 ਪੋਸਟਾਂ ਰਾਖਵੀਆਂ ਹਨ, SC ਕੈਟਾਗਰੀ ਦੇ ਲਈ 4 ਪੋਸਟਾਂ ਰਾਖਵੀਆਂ ਹਨ, OBC ਕੈਟਾਗਰੀ ਦੇ ਲਈ 6 ਪੋਸਟਾਂ ਰਾਖਵੀਆਂ ਹਨ, PWBD ਪਰਸਨ ਵਿਦ ਬੈਂਚਮਾਰਕ ਡਿਸੇਬਿਲਿਟੀ ਦੇ ਲਈ 1 ਪੋਸਟ ਰਾਖਵੀਂ ਹੈ, EWS ਇਕਨੋਮਿਕਲੀ ਵੀਕਰ ਸੈਕਸ਼ਨ ਦੇ ਲਈ 3 ਪੋਸਟਾਂ ਰਾਖਵੀਆਂ ਹਨ। ਪੇ ਸਕੇਲ ਦੀ ਗੱਲ ਕਰੀਏ, ਅਸੀਂ ਪਹਿਲਾਂ ਤੁਹਾਡੇ ਨਾਲ ਡਿਸਕਸ ਕਰ ਚੁੱਕੇ ਹਾਂ ਕਿ 35,400 ਰੁਪਏ ਜੋ ਉੱਕਾ ਪੁੱਕਾ ਹੈ 2 ਸਾਲ ਦੇ ਪਰਖ ਕਾਲ ਦੇ ਸਮੇਂ ਦੌਰਾਨ ਤੁਹਾਨੂੰ ਮਿਲਣਾ ਹੈ, ਜੋ ਕਿ ਇਹਨਾਂ ਪੋਸਟਾਂ ਦੇ ਲਈ ਜੋ ਪੇ ਬੈਂਡ ਰੱਖਿਆ ਗਿਆ ਹੈ ਉਸ ਦੀ ਜੋ ਘੱਟੋ ਘੱਟ ਤਨਖਾਹ ਹੈ। ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਜੋ ਕੁਆਲੀਫਿਕੇਸ਼ਨ ਰੱਖੀ ਗਈ ਹੈ BCom ਬੈਚਲਰ ਆਫ ਬਿਜ਼ਨਸ ਸਟੱਡੀਜ਼ ਹੋ ਸਕਦੀ ਹੈ, ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਫਰੋਮ ਏ ਰਿਕੋਗਨਾਈਜ਼ਡ ਯੂਨੀਵਰਸਿਟੀ। ਤੁਸੀਂ BCom ਵੀ ਹੋ ਸਕਦੇ ਹੋ ਜਾਂ ਤੁਹਾਡੀ ਬੈਚਲਰ ਆਫ ਬਿਜ਼ਨਸ ਸਟੱਡੀਜ਼ ਦਾ ਕੀਤੀ ਹੋਈ ਗ੍ਰੈਜੂਏਸ਼ਨ ਕੀਤੀ ਹੋ ਸਕਦੀ ਹੈ। ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਤੁਸੀਂ ਗ੍ਰੈਜੂਏਸ਼ਨ ਹੋ ਸਕਦੇ ਹੋ। ਇਸ ਦੇ ਨਾਲ ਕੀ ਹੈ ਜੀ ਸਰਟੀਫਿਕੇਟ ਆਫ ICT ਸਕਿੱਲਸ ਕੋਰਸ ਇਹ ਮੰਗਿਆ ਗਿਆ ਹੈ, ਦੈਟ ਇਜ਼ ਕੋਰਸ ਔਨ ਕੰਪਿਊਟਰ ਕਨਸੈਪਟ CCE+ ਦੇ ਵਿੱਚ ਤੁਸੀਂ ਕੋਰਸ ਕੀਤਾ ਹੋਵੇ 126 ਘੰਟਿਆਂ ਦੇ ਵਿੱਚ, 200 ਆਵਰਸ ਫਰੋਮ ਏ ਗਵਰਨਮੈਂਟ ਰਿਕੋਗਨਾਈਜ਼ਡ ਇੰਸਟੀਟਿਊਸ਼ਨ, ਜੋ ਕਿ 200 ਘੰਟਿਆਂ ਦਾ ਹੋਏਗਾ ਕਿਸੇ ਮਾਨਤਾ ਪ੍ਰਾਪਤ ਸੰਸਥਾ ਦੇ ਕੋਲੋਂ ਜੋ ਕਿ ਸਰਕਾਰੀ ਮਾਨਤਾ ਪ੍ਰਾਪਤ ਹੋਵੇ, ਔਰ ਇਹ ਰੈਪੂਟੇਡ ਇੰਸਟੀਟਿਊਸ਼ਨ ਵਿਚ ਇਜ਼ ਐਨ ISO 9001 ਸਰਟੀਫਾਈਡ, ਜਿਹੜਾ ਕਿ ਕੋਈ ਇਸ ਤਰ੍ਹਾਂ ਦੀ ਸੰਸਥਾ ਵੀ ਹੋ ਸਕਦੀ ਹੈ ਜਿਹੜੀ ਕਿ ISO 9001 ਤੋਂ ਸਰਟੀਫਾਈਡ ਹੋਵੇ, ਜਾਂ ਫਿਰ ਡਿਪਾਰਟਮੈਂਟ ਆਫ ਇਲੈਕਟ੍ਰੋਨਿਕਸ ਐਕ੍ਰੀਡੇਸ਼ਨ ਆਫ ਕੰਪਿਊਟਰ ਕੋਰਸ, ਜਿਸ ਨੂੰ ਅਸੀਂ DOEACC ਦੇ ਨਾਲ ਜਾਣਦੇ ਹਾਂ, ਗਵਰਨਮੈਂਟ ਆਫ ਇੰਡੀਆ ਤੋਂ ਉਸ ਤੋਂ ਮਾਨਤਾ ਪ੍ਰਾਪਤ ਹੋਵੇ, ਔਰ ਫਰੋਮ NIELIT ਐਂਡ ਇਟਸ ਆਥੋਰਾਈਜ਼ਡ ਇੰਸਟੀਟਿਊਸ਼ਨਸ, ਜਾਂ ਫਿਰ NIELIT ਜਾਂ ਇਸ ਤੋਂ ਮਾਨਤਾ ਪ੍ਰਾਪਤ ਜੋ ਸੰਸਥਾਵਾਂ ਹਨ ਉਹਨਾਂ ਤੋਂ ਤੁਸੀਂ ਜਿਹੜਾ ਕੰਪਿਊਟਰ ਦਾ ਕੋਰਸ ਆ ਉਹ ਲਾਜ਼ਮੀ ਤੌਰ ਤੇ ਕੀਤਾ ਹੋਵੇ। ਡਿਜ਼ਾਇਰੇਬਲ ਕੁਆਲੀਫਿਕੇਸ਼ਨ ਕੀ ਹੈ ਜੀ BCom MCom MBA ਫਿਨਾਂਸ ਹੋ ਸਕਦੀ ਹੈ, ਪੋਸਟ ਗ੍ਰੈਜੂਏਟ ਡਿਪਲੋਮਾ ਇਹ ਵੀ ਫਿਨਾਂਸ ਦੇ ਵਿੱਚ ਹੋ ਸਕਦਾ ਹੈ। ਤਾਂ ਹੁਣ ਅਸੀਂ ਗੱਲ ਕਰਦੇ ਹਾਂ ਜੀ ਏਜ ਐਜ਼ ਔਨ ਕਲੋਜ਼ਿੰਗ ਡੇਟ ਫॉर ਦਾ ਰਿਸੀਟ ਆਫ ਐਪਲੀਕੇਸ਼ਨ। ਜਿਹੜੀ ਕਲੋਜ਼ਿੰਗ ਡੇਟ ਹੈ ਉਹ ਹੈ ਜੀ 5 ਅਪ੍ਰੈਲ 2023। ਤਾਂ 5 ਅਪ੍ਰੈਲ 2023 ਨੂੰ ਵੱਖ-ਵੱਖ ਕੈਟੇਗਰੀਜ਼ ਦੇ ਲਈ ਕਿੰਨੀ ਉਮਰ ਰੱਖੀ ਗਈ ਹੈ। ਅਗਰ ਅਸੀਂ ਗੱਲ ਕਰੀਏ ਜਨਰਲ ਐਂਡ ਇਕਨੋਮਿਕਲ ਵੀਕਰ ਸੈਕਸ਼ਨ ਦੀ, ਤਾਂ ਇਹਨਾਂ ਦੇ ਲਈ ਜੋ ਏਜ ਲਿਮਿਟ ਹੈ ਜੀ ਉਹ ਹੈ ਜੀ 37 ਸਾਲ। SC ਅਨੁਸੂਚਿਤ ਜਾਤੀ ਦੇ ਜੋ ਕੈਂਡੀਡੇਟ ਹੋਣਗੇ ਉਹਨਾਂ ਦੇ ਲਈ ਜੋ ਉਮਰ ਹੈ ਜੀ ਉਹ ਹੈ 42 ਸਾਲ। OBC ਜੋ ਬੈਕਵਰਡ ਕਲਾਸਿਸ ਹਨ ਉਹਨਾਂ ਦੇ ਲਈ ਉਮਰ ਦੀ ਜਿਹੜੀ ਹੱਦ ਰੱਖੀ ਗਈ ਹੈ ਉਹ ਹੈ ਜੀ 40 ਸਾਲ। ਔਰ ਅਸੀਂ ਅਗਰ ਗੱਲ ਕਰਦੇ ਹਾਂ PWBD ਜਿਹੜੇ ਕਿ ਸਿਰਫ OBC ਕੈਟੇਗਰੀ ਨਾਲ ਸੰਬੰਧਿਤ ਹੋਣਗੇ, ਉਹਨਾਂ ਦੇ ਲਈ ਜੋ ਏਜ ਰੱਖੀ ਗਈ ਹੈ ਜੀ ਉਹ ਹੈ ਜੀ 50 ਸਾਲ। ਤਾਂ ਹੁਣ ਅਸੀਂ ਗੱਲ ਕਰਦੇ ਹਾਂ ਜੀ ਨੈਸ਼ਨੈਲਿਟੀ ਦੀ। ਨੈਸ਼ਨੈਲਿਟੀ ਜੋ ਇਸ ਦੇ ਲਈ ਰੱਖੀ ਗਈ ਹੈ ਜੀ ਉਹ ਹੈ ਸਿਰਫ ਇੰਡੀਅਨ, ਕਿ ਜੋ ਸਿਟੀਜ਼ਨ ਆਫ ਇੰਡੀਆ ਹਨ ਸਿਰਫ ਤੇ ਸਿਰਫ ਉਹੀ ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹਨ। ਮੇਨ ਗੱਲ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਜੀ ਸਕੀਮ ਆਫ ਐਗਜ਼ਾਮੀਨੇਸ਼ਨ, ਕਿ ਕਿਸ ਤਰ੍ਹਾਂ ਦਾ ਪੇਪਰ ਆਏਗਾ। ਤਾਂ ਇਸ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜੋ ਪੇਪਰ ਆਏਗਾ ਉਸ ਦੇ ਵਿੱਚ 100 ਕੁਐਸਚਨ ਹੋਣਗੇ ਜੀ, ਉਹ ਸਾਰੇ ਦੇ ਸਾਰੇ ਕੀ ਹੋਣਗੇ ਮਲਟੀਪਲ ਚੁਆਇਸ ਕੁਐਸਚਨ ਹੋਣਗੇ, ਆਬਜੈਕਟਿਵ ਟਾਈਪ ਕੁਐਸਚਨ ਹੋਣਗੇ। ਤਾਂ ਕਿਸ ਤਰ੍ਹਾਂ ਇਹਨਾਂ ਕੁਐਸਚਨਾਂ ਦੀ ਵੰਡ ਕੀਤੀ ਗਈ ਹੈ ਉਸ ਨੂੰ ਆਪਾਂ ਡਿਸਕਸ ਕਰ ਲੈਂਦੇ। ਕੁਐਸਚਨਾਂ ਦੀ ਵੰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਕਿ ਪਹਿਲਾਂ ਹੈ ਜੀ ਲੈਂਗੁਏਜ ਪ੍ਰੋਫੀਸ਼ੀਐਂਸੀ ਇੰਗਲਿਸ਼। ਤਾਂ ਇੰਗਲਿਸ਼ ਦੀ ਜੋ ਪਰਖ ਦੇ ਲਈ ਤੁਹਾਡੇ 10 ਕੁਐਸਚਨ ਹੋਣਗੇ, ਉਹ ਟੋਟਲ ਮਾਰਕਸ ਵੀ
10 ਹੋਣਗੇ। ਜਨਰਲ ਨੌਲੇਜ ਦੇ 10 ਕੁਐਸਚਨ ਹੋਣਗੇ ਜੀ, ਤਾਂ ਕੁੱਲ ਅੰਕ ਵੀ 10 ਹੋ ਗਏ। ਕੰਪਿਊਟਰ ਬੇਸਿਕਸ ਦੇ 10 ਕੁਐਸਚਨ ਹੋਣਗੇ, ਕੁੱਲ ਅੰਕ ਵੀ 10 ਹੋ ਗਏ। ਮੈਂਟਲ ਐਬਿਲਿਟੀ, ਰੀਜ਼ਨਿੰਗ ਔਰ ਅਰਿਥਮੈਟਿਕ ਜੋ ਕਿ 10th ਲੈਵਲ ਦੀ ਤੁਹਾਨੂੰ ਆਉਣੀ ਹੈ, ਇਸ ਦੇ 20 ਕੁਐਸਚਨ ਹੋਣਗੇ ਔਰ 20 ਹੀ ਇਸ ਦੇ ਅੰਕ ਹੋਣਗੇ। ਅਕਾਊਂਟਸ ਐਂਡ ਆਡਿਟ ਜੋ ਕਿ ਗ੍ਰੈਜੂਏਟ ਲੈਵਲ ਦਾ ਹੋਏਗਾ, ਟੋਟਲ 50 ਕੁਐਸਚਨ ਇਸ ਦੇ ਪੁੱਛੇ ਜਾਣਗੇ ਔਰ ਇਸ ਦੇ ਅੰਕ ਵੀ ਜੋ 50 ਹੀ ਰੱਖੇ ਗਏ ਹਨ। ਤਾਂ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ 100 ਤੁਹਾਨੂੰ ਕੁਐਸਚਨ ਆਉਣੇ ਹਨ ਔਰ ਇਸ ਦੇ ਅੰਕ ਵੀ 100 ਹੀ ਹੋਣਗੇ, ਭਾਵ ਕਿ ਹਰੇਕ ਕੁਐਸਚਨ ਦਾ ਇੱਕ ਅੰਕ ਹੋਏਗਾ। ਔਰ ਇੱਕ ਗੱਲ ਜੋ ਮੇਨ ਇਹਦੇ ਵਿੱਚ ਧਿਆਨ ਰੱਖਣੀ ਗਈ ਹੈ ਕਿ ਇਸ ਪੇਪਰ ਦੇ ਵਿੱਚ ਨੈਗੇਟਿਵ ਮਾਰਕਿੰਗ ਰੱਖੀ ਗਈ ਹੈ। ਅਗਰ ਤੁਸੀਂ ਕਿਸੇ ਪ੍ਰਸ਼ਨ ਦਾ ਗਲਤ ਜਵਾਬ ਦਿੰਦੇ ਹੋ ਤਾਂ ਤੁਹਾਡੇ 0.25 ਭਾਵ ਕਿ 1/4 ਅੰਕ ਜਿਹੜੇ ਉਹ ਕੱਟ ਲਏ ਜਾਣਗੇ। ਔਰ ਇਸ ਦੇ ਵਿੱਚ ਸਾਨੂੰ ਦੱਸਿਆ ਗਿਆ ਕਿ ਜਿਸ ਦਿਨ ਤੁਹਾਡਾ ਪੇਪਰ ਹੋਏਗਾ, ਨੈਕਸਟ ਡੇ ਉਸ ਦੀ ਜੋ ਆਂਸਰ ਕੀ ਹੈ, ਜੋ ਅਫੀਸ਼ੀਅਲ ਵੈਬਸਾਈਟ ਹੈ ਉਸ ਦੇ ਉੱਤੇ ਅਪਲੋਡ ਕਰ ਦਿੱਤੀ ਜਾਏਗੀ ਔਰ ਤੁਸੀਂ ਜੋ ਆਪਣੀਆਂ ਆਬਜੈਕਸ਼ਨਸ ਹੈ ਉਹ ਵੀ ਤੁਸੀਂ ਦੇ ਸਕਦੇ ਹੋ। ਤਾਂ ਨੈਕਸਟ ਜੋ ਕੁਝ ਹੋਰ ਇਨਸਟਰਕਸ਼ਨ ਸਾਨੂੰ ਦਿੱਤੀਆਂ ਗਈਆਂ ਹਨ ਉਹਦੇ ਬਾਰੇ ਡਿਸਕਸ ਕਰਾਂਗੇ। ਦ ਸਟੈਂਡਰਡ ਆਫ ਕੁਐਸਚਨ ਵੁੱਡ ਬੀ ਏ ਟੈਸਟ ਦ ਨੌਲੇਜ ਐਜ਼ ਐਕਸਪੈਕਟਡ ਆਫ ਏ ਪਰਸਨ ਹੂ ਹੈਜ਼ ਅਟੇਨਡ ਐਜੂਕੇਸ਼ਨ ਐਟ ਲੀਸਟ ਅਪ ਟੂ ਗ੍ਰੈਜੂਏਸ਼ਨ ਲੈਵਲ। ਕਿ ਜੋ ਪੇਪਰ ਹੈ ਉਹ ਇਸੇ ਲਈ ਰੱਖਿਆ ਗਿਆ ਹੈ, ਜੋ ਲਿਖਤੀ ਪ੍ਰੀਖਿਆ ਇਸੇ ਲਈ ਰੱਖੀ ਗਈ ਹੈ ਕਿਉਂਕਿ ਜੋ ਇਸ ਅਸਾਮੀ ਦੇ ਲਈ ਜੋ ਮੁੱਢਲੀ ਯੋਗਤਾ ਹੈ ਗ੍ਰੈਜੂਏਸ਼ਨ ਹੈ, ਤਾਂ ਮਤਲਬ ਇਸ ਗੱਲ ਦੀ ਪਰਖ ਕੀਤੀ ਜਾ ਸਕੇ ਕਿ ਤੁਸੀਂ ਉਸ ਪੋਸਟ ਦੇ ਲਈ ਐਲੀਜੀਬਲ ਹੋ ਜਾਂ ਨਹੀਂ ਹੋ। ਤਾਂ ਅੱਗੇ ਅਸੀਂ ਡਿਸਕਸ ਕਰਦੇ ਹਾਂ ਜੀ ਐਪਲੀਕੇਸ਼ਨ ਫੀਸ ਦੀ, ਕਿ ਇਹਨਾਂ ਅਸਾਮੀਆਂ ਦੇ ਲਈ ਕਿੰਨੀ ਜੋ ਐਪਲੀਕੇਸ਼ਨ ਫੀਸ ਹੈ ਉਹ ਰੱਖੀ ਗਈ ਹੈ। ਤਾਂ ਤੁਸੀਂ ਦੇਖ ਸਕਦੇ ਹੋ ਕਿ ਜਰਨਲ ਔਰ OBC ਇਹਨਾਂ ਦੋਨਾਂ ਕੈਟਾਗਰੀਜ਼ ਦੇ ਲਈ ਜੋ ਫੀਸ ਹੈ ਜੀ ਉਹ ਹੈ 1000 ਰੁਪਈਆ। SC ਐਂਡ EWS ਜੋ ਕਿ ਉਹ ਕੈਂਡੀਡੇਟ ਜਿਹੜੇ ਕਿ SC ਅਨੁਸੂਚਿਤ ਜਾਤੀ ਜਾਂ ਇਕਨੋਮਿਕਲੀ ਵੀਕਰ ਸੈਕਸ਼ਨ ਭਾਵ ਕਿ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਨਾਲ ਸੰਬੰਧ ਰੱਖਦੇ ਹਨ, ਉਹਨਾਂ ਦੇ ਲਈ ਜੋ ਫੀਸ ਰੱਖੀ ਗਈ ਹੈ ਜੀ 500 ਰੁਪਈਆ। ਔਰ ਪਰਸਨ ਵਿਦ ਬੈਂਚਮਾਰਕ ਡਿਸੇਬਿਲਿਟੀ ਉਹਨਾਂ ਨੂੰ ਜਿਹੜੀ ਫੀਸ ਤੋਂ ਛੋਟ ਦਿੱਤੀ ਗਈ ਹੈ। ਪਰਸਨ ਵਿਦ ਬੈਂਚਮਾਰਕ ਡਿਸੇਬਿਲਿਟੀ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਸ ਕੈਟਾਗਰੀ ਦੇ ਵਿੱਚ ਉਹ ਪਰਸਨਸ ਆਉਂਦੇ ਹਨ ਜਿਨ੍ਹਾਂ ਦਾ ਸਰਟੀਫਿਕੇਟ ਬਣਿਆ ਹੋਇਆ ਹੈ ਡਿਸੇਬਿਲਿਟੀ ਦਾ। ਕੰਡੀਸ਼ਨਸ ਵਿੱਚ ਮੇ ਰੈਂਡਰ ਏ ਕੈਂਡੀਡੇਟ ਇਨਐਲੀਜੀਬਲ, ਤੁਸੀਂ ਕਿਹੜੀਆਂ ਹਾਲਾਤਾਂ ਦੇ ਵਿੱਚ ਕਿਹੜੀਆਂ ਕੰਡੀਸ਼ਨ ਦੇ ਵਿੱਚ ਇਨਐਲੀਜੀਬਲ ਤੁਸੀਂ ਕਰਾਰ ਦਿੱਤੇ ਜਾ ਸਕਦੇ ਹੋ। ਤਾਂ ਉਹਦੇ ਵਿੱਚ ਪਹਿਲਾ ਪੁਆਇੰਟ ਹੈ ਜੀ, ਅਗਰ ਤੁਸੀਂ ਆਪਣਾ ਜੋ ਫਾਰਮ ਆ ਉਹ ਗਲਤ ਫਿਲ ਕੀਤਾ ਹੈ, ਰੋਂਗਲੀ ਫਿਲ ਕੀਤਾ ਹੈ ਜਾਂ ਫਿਰ ਅਧੂਰਾ ਫਾਰਮ ਫਿਲ ਕੀਤਾ ਹੈ ਤਾਂ ਜੋ ਤੁਹਾਡੀ ਪਾਤਰਤਾ ਉਹ ਰੱਦ ਹੋ ਸਕਦੀ ਹੈ। ਦੂਸਰਾ ਹੈ ਜੀ, ਅਗਰ ਤੁਸੀਂ UPSC ਵੱਲੋਂ ਜਾਂ ਕਿਸੇ ਹੋਰ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਜਾਂ ਗਵਰਨਮੈਂਟ ਡਿਪਾਰਟਮੈਂਟ ਦੇ ਵੱਲੋਂ ਤੁਸੀਂ ਇਨਐਲੀਜੀਬਲ ਘੋਸ਼ਿਤ ਕੀਤੇ ਗਏ ਹੋ ਤਾਂ ਵੀ ਤੁਹਾਡੀ ਪਾਤਰਤਾ ਰੱਦ ਹੋ ਸਕਦੀ ਹੈ। ਔਰ ਤੀਸਰਾ ਹੈ ਜੀ ਕਿ ਅਗਰ ਤੁਸੀਂ ਜੋ ਵੀ ਤੁਸੀਂ ਐਲੀਜੀਬਿਲਿਟੀ ਭਰੀ ਹੈ ਜਾਂ ਆਪਣੀ ਯੋਗਤਾ ਭਰੀ ਹੈ ਉਹ ਤੁਸੀਂ ਫੁੱਲਫਿਲ ਨਹੀਂ ਕਰ ਪਾ ਰਹੇ ਤਾਂ ਉਸ ਕੰਡੀਸ਼ਨ ਦੇ ਵਿੱਚ ਵੀ ਜੋ ਤੁਹਾਡੀ ਜੋ ਪਾਤਰਤਾ ਉਹ ਰੱਦ ਕੀਤੀ ਜਾ ਸਕਦੀ ਹੈ। ਇੰਪੋਰਟੈਂਟ ਨੋਟ ਦੀ ਗੱਲ ਕਰਾਂਗੇ ਤਾਂ ਇੰਪੋਰਟੈਂਟ ਨੋਟ ਦੇ ਵਿੱਚ ਇਹੀ ਲਿਖਿਆ ਹੈ ਕਿ ਅਗਰ ਤੁਸੀਂ SC ਕੈਟੇਗਰੀ ਦੇ ਵਿੱਚ ਅਪਲਾਈ ਕਰ ਰਹੇ ਹੋ ਜਾਂ BC ਕੈਟੇਗਰੀ ਦੇ ਵਿੱਚ ਅਪਲਾਈ ਕਰ ਰਹੇ ਹੋ ਜਾਂ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਵਿੱਚ ਅਪਲਾਈ ਕਰ ਰਹੇ ਹੋ ਤਾਂ ਜਿਸ ਵੀ ਕੈਟੇਗਰੀ ਦਾ ਤੁਸੀਂ ਫਾਇਦਾ ਲੈਣਾ ਚਾਹੁੰਦੇ ਹੋ ਉਸ ਕੈਟੇਗਰੀ ਨਾਲ ਸੰਬੰਧਿਤ ਜੋ ਤੁਹਾਡੇ ਕੋਲ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਔਰ ਇਹਦੇ ਵਿੱਚ ਇੱਕ ਗੱਲ ਹੋਰ ਸਪਸ਼ਟ ਤੌਰ ਤੇ ਲਿਖੀ ਗਈ ਹੈ ਕਿ ਅਗਰ ਤੁਸੀਂ OBC ਕੈਟੇਗਰੀ ਦੇ ਵਿੱਚ ਅਪਲਾਈ ਕਰ ਰਹੇ ਹੋ ਤਾਂ ਜੋ ਤੁਹਾਡੀ ਜੋ ਜਾਤੀ ਹੈ OBC ਦੇ ਵਿੱਚ ਤੁਸੀਂ ਜਿਹੜੀ ਜਾਤੀ ਨਾਲ ਬਿਲੋਂਗ ਕਰਦੇ ਹੋ ਉਹ ਜਿਹੜੀ ਜਾਤੀ ਹੈ ਉਹ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਜਿਹੜਾ OBC ਸੰਬੰਧੀ ਜੋ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਉਸ ਨੋਟੀਫਿਕੇਸ਼ਨ ਦੇ ਵਿੱਚ ਜੋ ਤੁਹਾਡੀ ਜਾਤੀ ਹੈ ਉਹ ਲਾਜ਼ਮੀ ਤੌਰ ਤੇ ਹੋਣੀ ਜ਼ਰੂਰੀ ਹੈ, ਫਿਰ ਹੀ ਤੁਹਾਨੂੰ ਜੋ OBC ਕੈਟੇਗਰੀ ਦਾ ਉਹ ਲਾਭ ਹੈ ਜੋ ਉਹ ਦਿੱਤਾ ਜਾਏਗਾ। ਨੈਕਸਟ ਹੈ ਜੀ ਪ੍ਰੋਸੀਜਰ ਫॉर ਸਬਮਿਸ਼ਨ ਆਫ ਆਨਲਾਈਨ ਐਪਲੀਕੇਸ਼ਨ ਫਾਰਮ। ਇਹ ਸਭ ਤੋਂ ਵੱਧ ਇੰਪੋਰਟੈਂਟ ਹੈ ਜੀ ਕਿ ਕਿਸ ਤਰ੍ਹਾਂ ਤੁਸੀਂ ਜੋ ਐਪਲੀਕੇਸ਼ਨ ਫਾਰਮ ਨੂੰ ਅਪਲੋਡ ਕਰਨਾ ਹੈ, ਉਸ ਦੀ ਜੋ ਸਬਮਿਸ਼ਨ ਕਰਨੀ ਹੈ। ਤਾਂ ਦੇਖੋ ਇਹਨੂੰ ਮੈਂ 1 ਬਾਏ 1 ਤੁਹਾਡੇ ਨਾਲ ਜੋ ਸਟੈਪ ਆ ਉਹ ਡਿਸਕਸ ਕਰੂੰਗਾ। ਪਹਿਲੀ ਗੱਲ ਤਾਂ ਹੈ ਜੀ ਓਨਲੀ 1 ਰਜਿਸਟ੍ਰੇਸ਼ਨ ਐਪਲੀਕੇਸ਼ਨ ਫਾਰਮ ਫਰੋਮ ਪਰ ਕੈਂਡੀਡੇਟ ਇਜ਼ ਟੂ ਫਿਲਡ, ਕਿ ਇੱਕ ਕੈਂਡੀਡੇਟ ਵੱਲੋਂ ਸਿਰਫ ਤੇ ਸਿਰਫ ਇੱਕ ਫਾਰਮ ਹੀ ਫਿਲ ਕੀਤਾ ਜਾ ਸਕਦਾ ਹੈ। ਦੂਸਰਾ ਹੈ ਕਿ ਉਹ ਜਿਹੜਾ ਸਿਟੀਜ਼ਨ ਆਫ ਇੰਡੀਆ ਹੋਵੇ ਜਾਂ ਸਿਟੀਜ਼ਨ ਆਫ ਨੇਪਾਲ ਹੋਵੇ, ਸਿਟੀਜ਼ਨ ਆਫ ਭੂਟਾਨ ਹੋਵੇ, ਤਿੱਬਤਨ ਰਿਫਿਊਜੀ ਹੋਵੇ, ਤਾਂ ਇਹ ਕੁਝ ਕੰਡੀਸ਼ਨਸ ਹਨ ਕਿ ਜੋ ਕੈਂਡੀਡੇਟ ਇਹਨਾਂ ਦੇ ਵਿੱਚੋਂ ਹੀ ਹੋਣਾ ਜ਼ਰੂਰੀ ਹੈ। No application shall be entertained by hand or by post in the local audit department ਚੰਡੀਗੜ੍ਹ, ਕਿ ਕੋਈ ਵੀ ਜੋ ਦਸਤੀ ਤੁਹਾਡੇ ਤੋਂ ਜੋ ਐਪਲੀਕੇਸ਼ਨ ਫਾਰਮ ਨਹੀਂ ਲਿਆ ਜਾਏਗਾ, ਤੁਸੀਂ ਸਿਰਫ ਤੇ ਸਿਰਫ ਜੋ ਆਨਲਾਈਨ ਮਾਧਿਅਮ ਦੇ ਰਾਹੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈ। ਤਾਂ ਇਸ ਤੋਂ ਪਹਿਲਾਂ ਉਹਨਾਂ ਨੇ ਤੁਹਾਡੇ ਲਈ ਇੱਕ ਬਹੁਤ ਹੀ ਜ਼ਰੂਰੀ ਪੁਆਇੰਟ ਦਿੱਤਾ ਹੈ, ਪੁਆਇੰਟ ਨੰਬਰ 4। ਇਹਦੇ ਵਿੱਚ ਦੱਸਿਆ ਗਿਆ ਹੈ ਕਿ ਤੁਸੀਂ ਫਾਰਮ ਅਪਲਾਈ ਕਰਨ ਤੋਂ ਪਹਿਲਾਂ ਤੁਹਾਡੇ ਕੋਲ ਆਪਣੀ ਇੱਕ ਵੈਲਿਡ ਈਮੇਲ ID ਹੋਣੀ ਚਾਹੀਦੀ ਹੈ, ਤਾਂ ਕਿ ਕਿਉਂਕਿ ਜੋ ਸਾਰਾ ਹੀ ਜੋ ਪੱਤਰ ਵਿਹਾਰ ਹੋਣਾ ਹੈ ਉਹ ਉਸ ਈਮੇਲ ਰਾਹੀਂ ਹੋਣਾ ਹੈ ਔਰ ਕੋਈ ਵੀ ਤੁਹਾਨੂੰ ਪਾਸਵਰਡ ਆਉਂਦਾ ਤਾਂ ਉਹ ਵੀ ਉਸ ਈਮੇਲ ID ਦੇ ਰਾਹੀਂ ਹੀ ਆਏਗਾ। ਨੈਕਸਟ ਸਾਨੂੰ ਦੱਸਿਆ ਗਿਆ ਹੈ ਕਿ ਤੁਸੀਂ ਆਪਣੇ ਜੋ ਫੋਟੋਗ੍ਰਾਫ ਔਰ ਸਿਗਨੇਚਰ ਹੈ ਉਹਨਾਂ ਨੂੰ ਸਕੈਨ ਕਰਕੇ ਰੱਖ ਲੈਣਾ ਹੈ ਔਰ ਜੋ ਇਹਨਾਂ ਦਾ ਸਾਈਨ ਹੈ ਸਾਈਜ਼ ਹੈ ਉਹ 100 KB ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਔਰ JPEG ਫਾਰਮੈਟ ਦੇ ਵਿੱਚ ਇਹ ਦੋਨੋਂ
ਹੋਣੇ ਚਾਹੀਦੇ ਹਨ। ਇਸ ਤੋਂ ਬਿਨਾਂ ਪੁਆਇੰਟ ਨੰਬਰ 6 ਦੇ ਵਿੱਚ ਸਾਨੂੰ ਦੱਸਿਆ ਗਿਆ ਕਿ ਆਨਲਾਈਨ ਐਪਲੀਕੇਸ਼ਨ ਫਾਰਮ ਭਰਦੇ ਸਮੇਂ ਕੀ ਕੁਛ ਤੁਹਾਡੇ ਕੋਲ ਹੋਣਾ ਚਾਹੀਦਾ ਹੈ। ਇੱਕ ਤਾਂ ਹੈ ਜੀ ਪਰਸਨਲ ਡੈਮੋਗ੍ਰਾਫੀ ਡਿਟੇਲਸ, ਜਿਹਦੇ ਵਿੱਚ ਤੁਹਾਡਾ ਡੇਟ ਆਫ ਬਰਥ ਆ ਗਈ, ਨੈਸ਼ਨੈਲਿਟੀ ਵਗੈਰਾ ਆ ਗਈ, ਮੋਬਾਈਲ ਨੰਬਰ ਹੋ ਗਿਆ ਤੁਹਾਡਾ, ਪਰਸਨਲ ਈਮੇਲ ਆਈਡੀ ਹੋ ਗਈ। ਰਿਜ਼ਰਵੇਸ਼ਨ ਕੈਟੇਗਰੀ, ਅਗਰ ਤੁਸੀਂ ਰਿਜ਼ਰਵੇਸ਼ਨ ਕੈਟੇਗਰੀ ਦੇ ਵਿੱਚ ਅਪਲਾਈ ਕਰ ਰਹੇ ਹੋ ਤਾਂ ਤੁਹਾਨੂੰ ਉਸਦਾ ਕੋਡ ਵਗੈਰਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਸੌਫਟ ਕਾਪੀਜ਼ ਆਫ ਸਕੈਨਡ ਫੋਟੋਗ੍ਰਾਫਸ ਐਂਡ ਸਿਗਨੇਚਰਸ, ਔਰ ਤੁਹਾਡੇ ਕੋਲ ਜੋ ਤੁਹਾਡੇ ਫੋਟੋਗ੍ਰਾਫ ਔਰ ਜੋ ਸਿਗਨੇਚਰਸ ਹਨ ਉਹਨਾਂ ਦੀ ਜੋ ਸਕੈਨਡ ਜੋ ਫੋਟੋਕਾਪੀ ਹੋਣੀ ਜ਼ਰੂਰੀ ਹੈ। Fill out the form available on the website by clicking at the recruitment in Chandigarh administration local audit department। ਤਾਂ ਇਸ ਤਰ੍ਹਾਂ ਦਾ ਲਿੰਕ ਤੁਹਾਨੂੰ ਦਿੱਤਾ ਹੋਏਗਾ, ਉਸ ਦੇ ਉੱਤੇ ਕਲਿੱਕ ਕਰਕੇ ਤੁਸੀਂ ਜੋ ਫਾਰਮ ਨੂੰ ਫਿਲ ਕਰਨਾ ਹੈ। ਕਲਿੱਕ ਔਨ ਬਟਨ ਆਨਲਾਈਨ ਫਾਰਮ, ਪਹਿਲਾਂ ਤੁਸੀਂ ਆਨਲਾਈਨ ਫਾਰਮ ਨਾਂ ਦਾ ਜਿਹੜਾ ਬਟਨ ਹੋਏਗਾ ਉਸ ਨੂੰ ਪ੍ਰੈਸ ਕਰ ਦੇਣਾ ਹੈ। ਦਾ ਨੇਮ ਆਫ ਦਾ ਕੈਂਡੀਡੇਟ, ਹਿਜ਼ ਹਰ ਫਾਦਰ ਮਦਰ ਹਸਬੈਂਡ ਨੇਮ, ਇਹ ਤੁਸੀਂ ਸਾਰਾ ਕੁਝ ਬਿਲਕੁਲ ਠੀਕ ਢੰਗ ਦੇ ਨਾਲ ਭਰ ਦੇਣਾ ਹੈ। ਐਨੀ ਚੇਂਜ, ਅਗਰ ਤੁਸੀਂ ਚਾਹੁੰਦੇ ਹੋ ਵੀ ਤੁਸੀਂ ਉਹਦੇ ਵਿੱਚ ਚੇਂਜ ਕਰਨੀ ਹੈ ਤਾਂ ਕਰ ਸਕਦੇ ਹੋ, ਨਹੀਂ ਤਾਂ ਤੁਸੀਂ ਨੈਕਸਟ 'ਤੇ ਪ੍ਰੈਸ ਕਰ ਦੇਣਾ ਹੈ। ਜਦੋਂ ਤੁਸੀਂ ਇਹਨਾਂ ਕਰਨੇ ਹੋ ਤਾਂ ਨਾਲ ਦੀ ਨਾਲ ਜੋ ਤੁਹਾਡਾ ਲੌਗਇਨ ਆਈਡੀ ਔਰ ਪਾਸਵਰਡ ਹੈ ਉਹ ਡਿਸਪਲੇ ਹੋ ਜਾਏਗਾ, ਉਸ ਨੂੰ ਤੁਸੀਂ ਨੋਟ ਕਰਕੇ ਰੱਖ ਸਕਦੇ ਹੋ ਜਾਂ ਤਾਂ ਤੁਸੀਂ ਪ੍ਰਿੰਟ ਲੈ ਕੇ ਰੱਖ ਸਕਦੇ ਹੋ, ਕਿਉਂਕਿ ਜਦੋਂ ਵੀ ਤੁਸੀਂ ਆਪਣਾ ਐਡਮਿਟ ਕਾਰਡ ਜਦੋਂ ਡਾਊਨਲੋਡ ਕਰਨਾ ਹੋਏਗਾ ਜਾਂ ਐਪਲੀਕੇਸ਼ਨ ਫਾਰਮ ਨੂੰ ਡਾਊਨਲੋਡ ਕਰਨਾ ਹੋਏਗਾ ਤਾਂ ਤੁਹਾਨੂੰ ਇਸੇ ਲੌਗਇਨ ਆਈਡੀ ਔਰ ਪਾਸਵਰਡ ਦੀ ਜ਼ਰੂਰਤ ਪਏਗੀ। ਕਲਿੱਕ ਔਨ ਕੰਪਲੀਟ ਯੂਅਰ ਫਾਰਮ ਟੂ ਕੰਪਲੀਟ ਦਾ ਫਾਰਮ, ਉਸ ਤੋਂ ਬਾਅਦ ਤੁਸੀਂ ਕੰਪਲੀਟ ਯੂਅਰ ਫਾਰਮ 'ਤੇ ਕਲਿੱਕ ਕਰ ਦੇਣਾ ਹੈ। ਤਾਂ ਇਸ ਦੇ ਨਾਲ ਤੁਸੀਂ ਐਜੂਕੇਸ਼ਨ ਕੁਆਲੀਫਿਕੇਸ਼ਨ ਦਾ ਜੋ ਤੁਹਾਡਾ ਪੇਜ ਆ ਉਹ ਖੁੱਲ੍ਹ ਜਾਏਗਾ। ਤਾਂ ਉਸ ਦੇ ਉੱਤੇ ਤੁਸੀਂ ਵਾਰੋ-ਵਾਰੀ ਆਪਣੀ 10ਵੀਂ ਦੀ, ਪਲੱਸ 2 ਦੀ, ਕੋਈ ਤੁਸੀਂ ਡਿਪਲੋਮਾ ਜਾਂ ਡਿਗਰੀ ਕੀਤੀ ਹੈ ਜਾਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਉਹ ਸਾਰੀ ਜੋ ਆਪਣੀ ਕੁਆਲੀਫਿਕੇਸ਼ਨ ਹੈ ਉਸ ਨੂੰ ਅਸੀਂ ਐਂਟਰ ਕਰ ਦੇਣਾ ਹੈ। ਔਰ ਇਸ ਤੋਂ ਬਾਅਦ ਤੁਸੀਂ ਆਪਣੀ ਅਦਰ ਇਨਫੋਰਮੇਸ਼ਨ ਵਾਲੇ ਪੇਜ ਨੂੰ ਕਲਿੱਕ ਕਰ ਦੇਣਾ ਹੈ। ਜਦੋਂ ਤੁਸੀਂ ਅਦਰ ਇਨਫੋਰਮੇਸ਼ਨ ਵਾਲੇ ਪੇਜ ਨੂੰ ਕਲਿੱਕ ਕਰੋਗੇ ਤਾਂ ਉਸ ਤੋਂ ਬਾਅਦ ਤੁਸੀਂ ਆਪਣਾ ਜੋ ਕੋਰਸਪੋਂਡੈਂਸ ਔਰ ਪਰਮਾਨੈਂਟ ਐਡਰੈਸ ਫਿਲ ਕਰਨਾ ਹੈ। ਆਪਣੀਆਂ ਜੋ ਸਕੈਨਡ ਕਾਪੀਜ਼ ਹਨ ਜਿਵੇਂ ਫੋਟੋਗ੍ਰਾਫ ਦੀ, ਸਿਗਨੇਚਰ ਦੀ, ਉਸ ਨੂੰ ਅਪਲੋਡ ਕਰਨਾ ਹੈ ਔਰ ਨੈਕਸਟ ਨੂੰ ਪ੍ਰੈਸ ਕਰ ਦੇਣਾ ਹੈ। ਜਦੋਂ ਤੁਸੀਂ ਨੈਕਸਟ ਨੂੰ ਪ੍ਰੈਸ ਕਰੋਗੇ ਤਾਂ ਉਸ ਤੋਂ ਬਾਅਦ ਵੈਰੀਫਾਈ ਐਂਡ ਕਨਫਰਮ ਵਾਲਾ ਪੇਜ ਹੈ ਜੋ ਓਪਨ ਹੋ ਜਾਏਗਾ। ਤਾਂ ਉਸ ਤੋਂ ਬਾਅਦ ਤੁਸੀਂ ਜੋ ਡੈਕਲੇਰੇਸ਼ਨ ਉੱਥੇ ਦਿੱਤਾ ਗਿਆ ਹੈ ਉਸ ਨੂੰ ਧਿਆਨਪੂਰਵਕ ਪੜ੍ਹ ਲੈਣਾ ਹੈ, ਉਸ ਨੂੰ ਡੈਕਲੇਰੇਸ਼ਨ ਨੂੰ ਕਨਫਰਮ ਐਂਡ ਐਕਸੈਪਟ ਕਰਨਾ ਹੈ। ਔਰ ਉਸ ਤੋਂ ਬਾਅਦ ਕੀ ਹੈ ਕਿ ਪ੍ਰੀਵਿਊ ਦਾ ਐਪਲੀਕੇਸ਼ਨ ਫਾਰਮ ਦਾ ਇੱਕ ਵਾਰ ਪ੍ਰੀਵਿਊ ਕਰਕੇ ਦੇਖ ਲੈਣਾ ਹੈ, ਸਾਰੇ ਆਪਣੇ ਐਪਲੀਕੇਸ਼ਨ ਫਾਰਮ ਨੂੰ ਚੈੱਕ ਕਰ ਲੈਣਾ ਹੈ। ਅਗਰ ਕੋਈ ਐਡੀਟਿੰਗ ਹੈ ਤਾਂ ਤੁਸੀਂ ਐਡੀਟਿੰਗ ਕਰ ਸਕਦੇ ਹੋ, ਨਹੀਂ ਤਾਂ ਤੁਸੀਂ ਫਾਰਮ ਨੂੰ ਆਪਣੇ ਸਬਮਿਟ ਕਰ ਦੇਣਾ ਹੈ। ਤਾਂ ਇਸ ਤਰ੍ਹਾਂ ਜੋ ਤੁਹਾਡਾ ਫਾਰਮ ਹੈ ਉਹ ਪੂਰੀ ਤਰ੍ਹਾਂ ਉਹ ਸਬਮਿਟ ਹੋ ਜਾਏਗਾ ਔਰ ਇਸ ਤੋਂ ਬਾਅਦ ਤੁਸੀਂ ਜਿਹੜਾ ਹੁਣ ਮਤਲਬ ਫੀਸ ਭਰਨ ਦੇ ਲਈ ਬਿਲਕੁਲ ਤਿਆਰ ਹੋ। ਤਾਂ ਫੀਸ ਭਰਨ ਦੇ ਲਈ ਤੁਸੀਂ ਕੀ ਧਿਆਨ ਦੇਣਾ ਹੈ ਜੀ ਕਿ ਫੀਸ ਭਰਨ ਦੇ ਲਈ ਤੁਸੀਂ ਵੇਟ ਫॉर 24 ਆਵਰਸ, ਘੱਟੋ ਘੱਟ 24 ਘੰਟੇ ਤੁਸੀਂ ਵੇਟ ਕਰਨੀ ਹੈ ਬਿਫੋਰ ਯੂ ਕਲਿੱਕ ਔਨ ਪੇਮੈਂਟ ਲਿੰਕ ਐਜ਼ ਇਟ ਵਿਲ ਟੇਕ ਮਿਨੀਮਮ 24 ਆਵਰਸ ਟੂ ਟ੍ਰਾਂਸਮਿਟ ਯੂਅਰ ਡਾਟਾ ਟੂ ਦਾ ਬੈਂਕ, ਕਿਉਂਕਿ 24 ਘੰਟੇ ਲੱਗਣਗੇ ਤੁਹਾਡੇ ਡਾਟੇ ਨੂੰ ਬੈਂਕ ਕੋਲ ਜਾਣ ਦੇ ਲਈ। ਤਾਂ ਇਸ ਦੇ ਲਈ ਤੁਸੀਂ ਕੀ ਕਰਨਾ ਹੈ, ਕਲਿੱਕ ਔਨ ਦਾ ਪੇਮੈਂਟ ਲਿੰਕ ਟੂ ਪੇ ਫੀਸ ਇਨ ਦਾ ਮੋਡ ਮੋਸਟ ਸੁਟੇਬਲ ਟੂ ਯੂ, ਦਿਸ ਵਿਲ ਟੇਕ ਯੂ ਟੂ ਫੀਸ ਪੇਮੈਂਟ ਗੇਟਵੇ 'ਤੇ ਤੁਸੀਂ ਪਹੁੰਚ ਜਾਓਗੇ। ਲੌਗਇਨ ਵਿਦ ਯੂਅਰ ਰਜਿਸਟ੍ਰੇਸ਼ਨ ਨੰਬਰ ਔਰ ਡੇਟ ਆਫ ਬਰਥ ਦੇ ਨਾਲ ਤੁਸੀਂ ਲੌਗਇਨ ਕਰ ਜਾਣਾ ਹੈ। ਦਿਸ ਵਿਲ ਡਿਸਪਲੇ ਯੂਅਰ ਫੀਸ ਡਿਟੇਲਸ, ਤੁਹਾਡੀ ਫੀਸ ਡਿਟੇਲ ਸ਼ੋ ਹੋ ਜਾਏਗੀ। ਤੁਸੀਂ ਆਈ ਐਗਰੀ 'ਤੇ ਕਲਿੱਕ ਕਰਨਾ ਹੈ। ਦੈਨ ਔਨ ਦਾ ਇਨੀਸ਼ੀਏਟ ਪੇਮੈਂਟ ਭਾਵ ਕਿ ਤੁਸੀਂ ਹੁਣ ਪੇਮੈਂਟ ਕਰਨ ਦੇ ਲਈ ਤਿਆਰ ਹੋ, ਉਸ 'ਤੇ ਕਲਿੱਕ ਕਰਨਾ ਹੈ। ਪਲੀਜ਼ ਨੋਟ ਦੈਟ ਓਨਲੀ ਰੁਪੇ ਡੈਬਿਟ ਕਾਰਡ ਐਂਡ ਨੈਫਟ RTGS ਆਪਸ਼ਨਸ ਆਰ ਅਵੇਲੇਬਲ, ਸਿਰਫ ਤੇ ਸਿਰਫ ਦੋ ਆਪਸ਼ਨਾਂ ਹੀ ਹੋਣਗੀਆਂ ਜੀ, ਜਾਂ ਤਾਂ ਤੁਸੀਂ ਰੁਪੇ ਡੈਬਿਟ ਕਾਰਡ ਦੇ ਰਾਹੀਂ ਪੇਮੈਂਟ ਕਰ ਸਕਦੇ ਹੋ ਜਾਂ ਫਿਰ ਤੁਸੀਂ ਥਰੂ ਨੈਫਟ ਔਰ RTGS, ਜਿਸ ਨੂੰ ਅਸੀਂ ਈ ਚਲਾਨ ਵੀ ਕਹਿੰਦੇ ਹਾਂ, ਉਸ ਦੇ ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ। ਐਪਲੀਕੇਸ਼ਨ ਫੀਸ ਹੈ ਜੋ ਨॉन ਰਿਫੰਡੇਬਲ ਹੈ ਜੀ, ਅਮਾਊਂਟਿੰਗ ਟੂ ਐਜ਼ ਮੈਂਸ਼ਨਡ ਅਬਵ ਵਿਲ ਬੀ ਪੇਏਬਲ ਸੈਪਰੇਟਲੀ ਫॉर ਈਚ ਪੋਸਟ। ਅਗਰ ਤੁਸੀਂ ਇੱਕ ਤੋਂ ਵੱਧ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਹਰੇਕ ਦੇ ਲਈ ਤੁਹਾਨੂੰ ਵੱਖਰੇ ਤੌਰ 'ਤੇ ਜੋ ਐਪਲੀਕੇਸ਼ਨ ਫੀਸ ਹੈ ਜੋ ਕਿ ਨॉन ਰਿਫੰਡੇਬਲ ਉਹ ਭਰਨੀ ਪਏਗੀ। It is important to note that if NEFT RTGS option to chosen the requisite application examination fees can be deposited in any bank। ਅਗਰ ਤੁਸੀਂ ਨੈਫਟ ਔਰ RTGS ਕਰਨ ਜਾ ਰਹੇ ਹੋ, ਈ ਚਲਾਨ ਰਾਹੀਂ ਪੇਮੈਂਟ ਕਰਨ ਜਾ ਰਹੇ ਹੋ ਤਾਂ ਤੁਸੀਂ ਕਿਸੇ ਵੀ ਬੈਂਕ ਦੇ ਵਿੱਚ ਜਿਹੜੀ ਇਹ ਫੀਸ ਹੈ ਉਹ ਜਮ੍ਹਾਂ ਕਰਾ ਸਕਦੇ ਹੋ। ਜੋ ਫੀਸ ਜਮ੍ਹਾਂ ਕਰਾਉਣ ਤੋਂ ਬਾਅਦ ਤੁਸੀਂ ਜੋ ਡਾਊਨਲੋਡ 'ਤੇ ਕਲਿੱਕ ਕਰਨਾ ਹੈ ਔਰ ਇੱਕ ਜੋ ਕਾਪੀ ਹੈ ਉਸ ਨੂੰ ਆਪਣੇ ਕੋਲ ਰੱਖ ਲੈਣਾ ਹੈ ਜੋ ਕਿ ਤੁਹਾਡੀ ਫੀਸ ਦੀ ਰਸੀਟ ਹੋਏਗੀ। The candidates check his or fees transaction status by either clicking on payment link, logging in and then clicking on past payment। past payment ਤੁਸੀਂ ਕਲਿੱਕ ਕਰਕੇ ਜੋ ਆਪਣੀ ਜੋ ਵੀ ਟ੍ਰਾਂਜੈਕਸ਼ਨਸ ਹੋਈ ਹੈ ਉਸ ਦੀ ਤੁਸੀਂ ਕਾਪੀ ਆਪਣੇ ਕੋਲ ਰੱਖ ਸਕਦੇ ਹੋ। ਨੈਕਸਟ ਸਾਨੂੰ 21 ਪੁਆਇੰਟ ਦੇ ਵਿੱਚ ਕਿਹਾ ਗਿਆ ਜੀ ਟੇਕ 2 ਪ੍ਰਿੰਟ ਆਊਟ
of application form by logging in with your login ID and password. Fix the same passport size photograph on it and keep it safe with you। ਤਾਂ ਤੁਸੀਂ ਆਪਣੇ ਜੋ ਲੌਗਇਨ ਆਈਡੀ ਔਰ ਪਾਸਵਰਡ ਦੇ ਨਾਲ ਐਪਲੀਕੇਸ਼ਨ ਫਾਰਮ ਦੇ 2 ਪ੍ਰਿੰਟ ਲੈ ਲੈਂਦੇ ਹਨ ਔਰ ਤੁਸੀਂ ਇਹਨਾਂ ਜੋ ਐਪਲੀਕੇਸ਼ਨ ਫਾਰਮ ਨੂੰ ਕਿਸੇ ਵੀ ਤਰੀਕੇ ਨਾਲ ਜੋ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਜੋ ਆਡਿਟ ਦਾ ਡਿਪਾਰਟਮੈਂਟ ਹੈ ਉਸ ਨੂੰ ਨਹੀਂ ਭੇਜਣਾ ਹੈ। This application printout with photograph fixed on it will have to be submitted during verification of documents along with the original copies of following। ਤਾਂ ਤੁਸੀਂ ਜੋ ਐਪਲੀਕੇਸ਼ਨ ਫਾਰਮ ਦੇ ਉੱਤੇ ਆਪਣੀ ਜੋ ਐਪਲੀਕੇਸ਼ਨ ਫਾਰਮ ਦੇ ਉੱਤੇ ਪਹਿਲਾਂ ਸਕੈਨਡ ਫੋਟੋ ਲਗਾਈ ਹੋਈ ਹੈ ਬਿਲਕੁਲ ਉਸੇ ਨਾਲ ਦੀ ਇੱਕ ਫੋਟੋ ਨੂੰ ਫਿਕਸ ਕਰ ਲੈਣਾ ਹੈ ਔਰ ਅਗਰ ਤੁਹਾਡੀ ਸਿਲੈਕਸ਼ਨ ਹੁੰਦੀ ਹੈ ਤੁਸੀਂ ਰਿਟਨ ਟੈਸਟ ਨੂੰ ਕੁਆਲੀਫਾਈ ਕਰਦੇ ਹੋ ਤਾਂ ਉਦੋਂ ਬਾਅਦ ਜਦੋਂ ਤੁਹਾਨੂੰ ਸਿਕਿਉਰਿਟੀ ਦੇ ਲਈ ਬੁਲਾਇਆ ਜਾਏਗਾ ਡਾਕੂਮੈਂਟਸ ਚੈੱਕ ਕਰਨ ਦੇ ਲਈ ਬੁਲਾਇਆ ਜਾਏਗਾ ਤਾਂ ਉਦੋਂ ਤੁਸੀਂ ਉਸ ਐਪਲੀਕੇਸ਼ਨ ਫਾਰਮ ਨੂੰ ਨਾਲ ਲੈ ਕੇ ਜਾਣਾ ਹੈ ਔਰ ਉਸ ਦੇ ਨਾਲ ਹੋਰ ਕਿਹੜੇ-ਕਿਹੜੇ ਡਾਕੂਮੈਂਟਸ ਲੈ ਕੇ ਜਾਣੇ ਹਨ। ਪਹਿਲਾ ਤਾਂ ਹੈ ਜੀ ਰੈਲੇਵੈਂਟ ਡਿਗਰੀ ਡਿਪਲੋਮਾ ਸਰਟੀਫਿਕੇਟ, ਜਿਸ ਡਿਗਰੀ ਜਾਂ ਡਿਪਲੋਮੇ ਦੇ ਆਧਾਰ ਤੇ ਤੁਸੀਂ ਇਸ ਪੋਸਟ ਲਈ ਅਪਲਾਈ ਕੀਤਾ ਹੈ ਉਸ ਨੂੰ ਲੈ ਕੇ ਜਾਣਾ ਹੈ। ਰਿਜ਼ਰਵ ਕੈਟੇਗਰੀ ਸਰਟੀਫਿਕੇਟ ਇਸ਼ੂਡ ਬਾਈ ਦਾ ਕੰਪੀਟੈਂਟ ਅਥਾਰਟੀ, ਅਗਰ ਤੁਸੀਂ ਕਿਸੇ ਰਿਜ਼ਰਵ ਕੈਟੇਗਰੀ ਦੇ ਵਿੱਚ ਅਪਲਾਈ ਕੀਤਾ ਹੈ ਤਾਂ ਉਸ ਦਾ ਸਰਟੀਫਿਕੇਟ ਲੈ ਕੇ ਜਾਣਾ ਹੈ। ਓਰੀਜਨਲ ਕਾਊਂਟਰ ਫਾਈਲ ਉਹਦਾ ਫੀਸ ਪੇਮੈਂਟ ਚਲਾਨ, ਜੋ ਤੁਸੀਂ ਫੀਸ ਜੋ ਪੇ ਕੀਤੀ ਹੈ ਚਲਾਨ ਭਰਿਆ ਸੀਗਾ ਉਸ ਦਾ ਜੋ ਓਰੀਜਨਲ ਅਸਲ ਕਾਊਂਟਰ ਫਾਈਲ ਲੈ ਕੇ ਜਾਣਾ ਹੈ। ਪ੍ਰੂਫ ਆਫ ਡੇਟ ਆਫ ਬਰਥ ਸਰਟੀਫਿਕੇਟ ਔਰ ਮੈਟ੍ਰਿਕੂਲੇਸ਼ਨ ਆਫ ਹਾਈ ਸੈਕੰਡਰੀ, ਆਪਣੀ ਜਨਮ ਮਿਤੀ ਦੇ ਸਬੂਤ ਦੇ ਤੌਰ ਤੇ 10ਵੀਂ ਔਰ 12ਵੀਂ ਦਾ ਜੋ ਸਰਟੀਫਿਕੇਟ ਲੈ ਕੇ ਜਾਣਾ ਹੈ। ਸਰਟੀਫਿਕੇਟ ਐਜ਼ ਪ੍ਰੂਫ ਆਫ ਏਜ ਰਿਲੈਕਸੇਸ਼ਨ, ਅਗਰ ਤੁਸੀਂ ਉਮਰ ਹੱਦ ਦੇ ਵਿੱਚ ਛੋਟ ਮੰਗੀ ਹੈ ਤਾਂ ਤੁਸੀਂ ਉਸ ਦਾ ਸਰਟੀਫਿਕੇਟ ਲੈ ਕੇ ਜਾਣਾ ਹੈ। ਪ੍ਰੂਫ ਆਫ ਬੀਇੰਗ ਡਿਪਾਰਟਮੈਂਟਲ ਕੈਂਡੀਡੇਟ, ਤੁਸੀਂ ਅਗਰ ਡਿਪਾਰਟਮੈਂਟ ਦੇ ਥਰੂ ਅਪਲਾਈ ਕਰ ਰਹੇ ਹੋ ਤਾਂ ਉਸ ਦਾ ਵੀ ਤੁਸੀਂ ਜੋ ਪ੍ਰੂਫ ਵਜੋਂ ਆਪਣੇ ਡਿਪਾਰਟਮੈਂਟ ਤੋਂ ਲਿਖਾ ਕੇ ਲੈ ਕੇ ਜਾਣਾ ਹੈ। ਇਫ ਯੂ ਆਰ ਐਨ ਐਕਸ ਸਰਵਿਸਮੈਨ, ਜੇ ਤੁਸੀਂ ਐਕਸ ਸਰਵਿਸਮੈਨ ਹੋ ਤਾਂ ਤੁਸੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਤੋਂ ਮੰਗੀਆਂ ਜਾਣਗੀਆਂ ਉਹ ਤੁਸੀਂ ਨੋਟ ਕਰ ਸਕਦੇ ਹੋ। ਇੱਕ ਤਾਂ ਹੈ ਜੀ ਡੇਟ ਆਫ ਐਨਰੋਲਮੈਂਟ ਕਿ ਤੁਸੀਂ ਕਦੋਂ ਜੋ ਇਸ ਸਰਵਿਸ ਨੂੰ ਜੁਆਇਨ ਕੀਤਾ ਸੀ, ਡੇਟ ਆਫ ਰਿਲੀਜ਼ ਡਿਸਚਾਰਜ ਕਦੋਂ ਤੁਹਾਨੂੰ ਰਿਲੀਜ਼ ਕੀਤਾ ਗਿਆ ਜਾਂ ਕਦੋਂ ਤੁਸੀਂ ਡਿਸਚਾਰਜ ਹੋਏ ਉੱਥੋਂ, ਰੀਜ਼ਨ ਆਫ ਰਿਲੀਜ਼ ਡਿਸਚਾਰਜ ਤੁਹਾਡੇ ਰਿਲੀਜ਼ ਔਰ ਡਿਸਚਾਰਜ ਹੋਣ ਦਾ ਕਾਰਨ ਕੀ ਹੈ। Any correction in the particulars can be made by the candidate himself herself on the website up to the closing date of submission of application। ਤਾਂ ਇੱਕ ਤੁਹਾਡੇ ਲਈ ਬਹੁਤ ਹੀ ਵਧੀਆ ਗੱਲ ਹੈ ਕਿ ਤੁਸੀਂ ਜੋ ਕਲੋਜ਼ਿੰਗ ਡੇਟ ਹੈ ਐਪਲੀਕੇਸ਼ਨ ਅਪਲਾਈ ਕਰਨ ਦੀ ਉਦੋਂ ਤੱਕ ਤੁਸੀਂ ਆਪਣੀ ਆਈਡੀ ਔਰ ਪਾਸਵਰਡ ਯੂਜ਼ ਕਰਕੇ ਆਪਣੀ ਐਪਲੀਕੇਸ਼ਨ ਦੇ ਵਿੱਚ ਅਗਰ ਤੁਹਾਨੂੰ ਲੱਗਦਾ ਹੈ ਕਿ ਕੋਈ ਕਰੈਕਸ਼ਨ ਦੀ ਜ਼ਰੂਰਤ ਹੈ ਤਾਂ ਤੁਸੀਂ ਉਹ ਕਰੈਕਸ਼ਨ ਜਿਹੜੀ ਦਰੁਸਤੀ ਹੈ ਉਹ ਤੁਸੀਂ ਕਰ ਸਕਦੇ ਹੋ। For any clarification regarding the online filling of the form, the candidates can email at ladchd exam2023@gmail.com। ਅਗਰ ਤੁਸੀਂ ਐਪਲੀਕੇਸ਼ਨ ਫਾਰਮ ਸੰਬੰਧੀ ਕਿਸੇ ਕਿਸਮ ਦੀ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇੱਕ ਸਾਨੂੰ ਈਮੇਲ ਆਈਡੀ ਪ੍ਰੋਵਾਈਡ ਕੀਤੀ ਗਈ ਹੈ, ਤੁਸੀਂ ਇਸ ਈਮੇਲ ਆਈਡੀ ਦੀ ਵਰਤੋਂ ਕਰਕੇ ਐਪਲੀਕੇਸ਼ਨ ਫਾਰਮ ਸੰਬੰਧੀ ਜਿਹੜੀ ਜਾਣਕਾਰੀ ਹੈ ਉਹ ਲੈ ਸਕਦੇ ਹੋ। ਤਾਂ ਦੋਸਤੋ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ। ਤਾਂ ਜਲਦ ਤੋਂ ਜਲਦ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰੋ ਔਰ ਇਸ ਤਰ੍ਹਾਂ ਦੀਆਂ ਪੋਸਟਾਂ ਸੰਬੰਧੀ ਹੋਰ ਜਾਣਕਾਰੀ ਦੇ ਲਈ ਜਲਦ ਤੋਂ ਜਲਦ ਸਾਡੇ ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ। ਸੋ ਸਾਰਿਆਂ ਨੂੰ ਬੈਸਟ ਆਫ ਲੱਕ। ਥੈਂਕ ਯੂ ਵੈਰੀ ਮੱਚ।